ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 4 ਸਾਹਿਬਜ਼ਾਦੇ ਗੁਰੂ ਜੀ ਦੇ ਪਾਸ ਹੀ ਰਹਿੰਦੇ ਸਨ। ਖੇਡਦੇ ਵੱਧਦੇ ਵੱਡੇ ਪ੍ਰਕਾਸ਼ਮਈ ਲੱਗਦੇ ਸਨ। ਕਾਫੀ ਦੇਰ ਬਾਅਦ ਪਿਤਾ ਜੀ ਦੇ ਪਾਸ ਆਉਂਦੇ ਸਨ ਅਤੇ ਬਾਕੀ ਸਮਾਂ ਬਾਲਕਾਂ ਨਾਲ ਮਿਲ ਕੇ ਖੇਡਾਂ ਖੇਡਦੇ ਸਨ। ਜਦ ਨਗਰ ਦੀਆਂ ਗਲੀਆਂ ਵਿੱਚ ਭੱਜਦੇ ਸਨ ਤਾਂ ਸੋਨੇ ਦੇ ਗਹਿਣੇ ਖੜਕਦੇ ਸਨ। ਛੋਟੀ ਉਮਰ ਦੇ ਕਾਰਨ ਉਹਨਾਂ ਨਾਲ ਸੇਵਕ ਵੀ ਜਾਂਦੇ ਸਨ ਅਤੇ ਚੌਕਸੀ ਰੱਖਦੇ ਸਨ। ਬਾਣੀਏ ਸਿੱਖ ਜਿਹੜੇ ਨਗਰ ਵਿੱਚ ਵੱਸਦੇ ਸਨ, ਉਹਨਾਂ ਦੇ ਬੱਚੇ ਨਿੱਤ ਸਾਹਿਬਜ਼ਾਦਿਆਂ ਪਾਸ ਆਉਂਦੇ ਸਨ। ਸ਼੍ਰੀ ਅਟਲ ਰਾਏ ਜੀ ਦੀ ਉਮਰ ਉਸ ਸਮੇਂ 9 ਬਰਸ ਦੀ ਸੀ। ਉਹ ਗਲੀਆਂ ਵਿੱਚ ਫਿਰ ਕੇ ਬਹੁਤ ਹੱਸਦੇ ਖੇਡਦੇ ਸਨ। ਉਹਨਾਂ ਦਾ ਮੁਖੜਾ ਬਹੁਤ ਪ੍ਰਸੰਨ ਰਹਿੰਦਾ ਸੀ, ਜਿਸ ਵਿੱਚ ਜੱਗ ਵਾਲੇ ਜਗਦੀ ਜੋਤ ਵੇਖਦੇ ਸਨ। ਉਹਨਾਂ ਦੇ ਮੁਖ ਤੋਂ ਜਿਵੇਂ ਵੀ ਬਚਨ ਨਿਕਲ ਜਾਂਦਾ ਸੀ, ਬੇਸ਼ੱਕ ਉਹ ਪ੍ਰਸੰਨ ਹੋ ਕੇ ਨਿਕਲੇ ਜਾਂ ਗੁੱਸੇ ਵਿੱਚ ਆ ਕੇ ਬੋਲਿਆ ਹੋਵੇ, ਤੁਰੰਤ ਹੀ ਪੂਰਾ ਹੋ ਜਾਂਦਾ ਸੀ। ਇਹ ਸਿੱਖਾਂ ਨੇ ਪਰਖ ਕੇ ਵੇਖਿਆ ਸੀ। ਇਸ ਕਰਕੇ ਡਰਦੇ ਮਾਰੇ ਉਹਨਾਂ ਦਾ ਬਹੁਤ ਅਦਬ ਕਰਦੇ ਸਨ। ਖੇਡਣ, ਖਾਣ ਪੀਣ ਆਦਿ ਸਭ ਵਿੱਚ ਉਹਨਾਂ ਨੂੰ ਪ੍ਰਸੰਨ ਰੱਖਦੇ ਸਨ। ਕੋਈ ਵੀ ਉਹਨਾਂ ਦੇ ਉਲਟ ਕੰਮ ਨਹੀਂ ਸੀ ਕਰਦਾ, ਕਿਉਂਕਿ ਉਹ ਉਹਨਾਂ ਦੇ ਤੇਜ਼ ਸੁਭਾਅ ਨੂੰ ਜਾਣਦੇ ਸਨ। ਸੁੰਦਰ ਬਸਤਰ ਅਤੇ ਗਹਿਣੇ ਧਾਰਨ ਕਰਦੇ ਸਨ ਅਤੇ ਖੇਡਣ ਵਿੱਚ ਚੰਚਲ ਸਨ। ਜਿਹੜਾ ਵੀ ਸਿੱਖ ਕੋਈ ਕਾਮਨਾ ਪੂਰੀ ਕਰਨਾ ਚਾਹੁੰਦਾ ਸੀ, ਉਹ ਬਾਬਾ ਅਟਲ ਰਾਏ ਜੀ ਨਾਲ ਫਿਰਦਾ ਸੀ। ਜਿਵੇਂ ਕਹਿੰਦੇ ਸਨ ਉਸ ਤਰ੍ਹਾਂ ਹੀ ਸੇਵਾ ਕਰਦੇ ਸਨ। ਖਾਣ ਪੀਣ ਵਾਸਤੇ ਸਵਾਦੀ ਵਸਤਾਂ ਲਿਆਉਂਦੇ ਸਨ। ਹੱਥ ਜੋੜ ਕੇ ਤਦ ਬਚਨ ਕਹਾਉਂਦੇ ਸਨ। ਜਿਵੇਂ ਬਚਨ ਕਰਦੇ ਸਨ ਉਸ ਤਰ੍ਹਾਂ ਹੀ ਹੋ ਜਾਂਦਾ ਸੀ। ਹੋਰ ਕੋਈ ਉਸ ਤਰ੍ਹਾਂ ਨਹੀਂ ਸੀ ਕਰ ਸਕਦਾ। ਹੋਰ ਜੇ ਕਿਸੇ ਵਿੱਚ ਸ਼ਕਤੀ ਸੀ ਤਾਂ ਉਹ ਗੁਰੂ ਜੀ ਪਾਸੋਂ ਡਰਦਾ ਸੀ। ਉਹ ਪ੍ਰਗਟ ਨਹੀਂ ਸੀ ਕਰਦੇ, ਗੁਪਤ ਹੀ ਰੱਖਦੇ ਸਨ। ਗੁਰੂ ਜੀ ਅਨੁਸਾਰ ਹਿਰਦੇ ਦੀ ਇੱਛਾ ਧਾਰਨ ਕਰਦੇ ਸਨ। ਪਰ ਬਾਬਾ ਅਟਲ ਰਾਏ ਜੀ ਕਹਿਣ ਤੋਂ ਨਹੀਂ ਟਲਦੇ ਸਨ। ਸੇਵਾ ਵੇਖ ਕੇ ਬਚਨ ਕਰਕੇ ਦੇ ਦਿੰਦੇ ਸਨ। ਫਿਰ ਵੀ ਗੁਰੂ ਜੀ ਉਸ ਨੂੰ ਕਿਸੇ ਪ੍ਰਕਾਰ ਵੀ ਕੁਝ ਕਹਿੰਦੇ ਨਹੀਂ ਸਨ। ਬੇਸ਼ੱਕ ਉਹ ਜਾਣਦੇ ਸਨ ਮੇਰਾ ਪੁੱਤਰ ਕਰਾਮਾਤ ਸਹਿਤ ਹੈ, ਮਨ ਖੁੱਲ੍ਹ ਦਿਲਾ ਹੈ, ਆਪਣੇ ਸੇਵਕਾਂ ਨੂੰ ਦਿੰਦੇ ਹਨ। ਸੇਵਕ ਸੇਵਾ ਕਰਕੇ ਖੁਸ਼ ਕਰ ਲੈਂਦੇ ਹਨ, ਪਰ ਅਸਲ ਵਿੱਚ ਇਸ ਗੱਲ ਨੂੰ ਚੰਗਾ ਨਹੀਂ ਸੀ ਜਾਣਦੇ। ਬਹੁਤ ਦੇਰ ਤੱਕ ਨਹੀਂ ਨਿਭੇਗੀ ਇਹ ਪਹਿਚਾਣਦੇ ਸਨ। ਇਸ ਤਰ੍ਹਾਂ ਦਾਸਾਂ ਵਿੱਚ ਉਹਨਾਂ ਦਾ ਵੱਡਾ ਪ੍ਰਤਾਪ ਸੀ। ਜਿਹੜਾ ਵੀ ਬਚਨ ਕਰਦੇ ਸਨ ਉਹ ਨਿਸਫਲ ਨਹੀਂ ਸੀ ਜਾਂਦਾ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਸਭ ਵਿੱਚ ਉਹਨਾਂ ਦੀ ਬਹੁਤ ਵੱਡੀ ਮਹਿਮਾ ਸੀ। ਸਾਰੇ ਜਾਣਦੇ ਸਨ ਆਤਮਿਕ ਤੇਜ ਦੇ ਧਨੀ ਹਨ। ਜਿਹੜੀ ਵੀ ਕਾਮਨਾ ਕਰਦੇ ਹਾਂ ਪੂਰੀ ਹੁੰਦੀ ਹੈ। ਗੁਰੂ ਜੀ ਤੋਂ ਵੱਖ ਹੋ ਕੇ ਦਰਸ਼ਨ ਕਰਦੇ ਸਨ ਅਤੇ ਬਸਤਰ ਗਹਿਣੇ ਆਦਿ ਭੇਟ ਧਰਦੇ ਸਨ। ਖਾਣ ਪੀਣ ਦੀਆਂ ਚੰਗੀਆਂ ਵਸਤੂਆਂ ਦੇ ਕੇ ਵਰ ਲੈਂਦੇ ਸਨ, ਜਿਵੇਂ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਸੀ। ਕਈ ਵਾਰੀ ਗੁਰੂ ਜੀ ਸ਼੍ਰੀ ਅਟਲ ਰਾਏ ਜੀ ਨੂੰ ਇਕੱਲੇ ਨੂੰ ਸਮਝਾਉਂਦੇ ਸਨ, ਸਮਝ ਕੇ ਕਰਾਮਾਤ ਨੂੰ ਵਰਤੋ, ਸੁੱਖ ਪਾਓਗੇ। ਫਿਰ ਵੀ ਉਹਨਾਂ ਦਾ ਸੁਭਾਅ ਬੜਾ ਖੁੱਲ੍ਹ ਦਿਲਾ ਸੀ। ਸਿੱਖ ਨੂੰ ਵੇਖ ਕੇ ਨਿਹਾਲ ਕਰ ਦਿੰਦੇ ਸਨ। ਗੁਰੂ ਜੀ ਤੋਂ ਥੋੜ੍ਹਾ ਜਿਹਾ ਸੰਕੋਚ ਕਰਦੇ ਸਨ, ਪਰ ਪ੍ਰਗਟ ਹੋਈ ਕਰਾਮਾਤ ਨੂੰ ਸਭ ਕੋਈ ਜਾਣਦਾ ਸੀ। ਸੋਇਨੀ ਗੋਤ ਦਾ ਖੱਤਰੀ ਇੱਕ ਵਪਾਰੀ ਸੀ। ਉਸ ਦੇ ਘਰ ਵਿੱਚ ਬਹੁਤ ਧਨ ਸੀ। ਉਸ ਦਾ ਨਾਂ ਗੁਰਮੁਖ ਕਹਿੰਦੇ ਸਨ। ਉਸ ਦੇ ਘਰ ਇੱਕ ਬੜਾ ਸੁੰਦਰ ਪੁੱਤ ਸੀ। ਉਸ ਦਾ ਨਾਮ ਉਸਨੇ ਮੋਹਨ ਰੱਖਿਆ ਸੀ। ਉਸ ਦੀ ਉਮਰ ਸ਼੍ਰੀ ਅਟਲ ਰਾਏ ਜੀ ਦੇ ਬਰਾਬਰ ਸੀ। ਉਹ ਸਦਾ ਸ਼੍ਰੀ ਅਟਲ ਰਾਏ ਜੀ ਦੇ ਨਾਲ ਖੇਡਣ ਆਉਂਦਾ ਸੀ ਅਤੇ ਗੁਰੂ ਜੀ ਦੇ ਸਪੁੱਤਰਾਂ ਨੂੰ ਬਹੁਤ ਪਰਚਾਉਂਦਾ ਸੀ। ਸਾਰਾ ਦਿਨ ਮਿਲ ਕੇ ਖੇਡਦੇ ਰਹਿੰਦੇ ਸਨ ਅਤੇ ਸੌਣ ਸਮੇਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ। ਇਸ ਰੀਤੀ ਨਾਲ
ਧਨੀਆਂ ਦੇ ਬਹੁਤ ਬੱਚੇ ਮਿਲ ਕੇ ਇਕੱਠੇ ਹੋ ਕੇ ਖੇਡਦੇ ਰਹਿੰਦੇ ਸਨ। ਇੱਕ ਦਿਨ ਬਾਲ ਮੋਹਨ ਦੇ ਨਾਲ ਬਾਬਾ ਅਟਲ ਰਾਏ ਜੀ ਖੁੰਡੀ ਹੱਥ ਵਿੱਚ ਫੜ ਕੇ ਗੇਂਦ ਨਾਲ ਖੇਡ ਰਹੇ ਸਨ। ਸ਼ਰਤ ਲਾ ਕੇ ਗੇਂਦ ਨੂੰ ਇੱਧਰ ਉੱਧਰ ਨੂੰ ਭਜਾਉਂਦੇ ਸਨ। ਆਪਣੇ ਆਪਣੇ ਪਾਸੇ ਗੇਂਦ ਰੇੜ ਕੇ ਖੇਡਦੇ ਸਨ। ਭੱਜ ਭੱਜ ਕੇ ਬਹੁਤ ਬਾਲਕ ਖੇਡ ਰਹੇ ਸਨ। ਬਾਬਾ ਅਟਲ ਰਾਏ ਜੀ ਨੇ ਹੱਥ ਵਿੱਚ ਖੁੰਡੀ ਫੜ ਕੇ ਮੋਹਨ ਦੇ ਨਾਲ ਸ਼ਰਤ ਲਾਈ। ਖੇਡਦੇ ਖੇਡਦੇ ਕਦੀ ਜਿੱਤ ਜਾਂਦੇ ਸੀ, ਕਦੀ ਹਾਰ ਜਾਂਦੇ ਸੀ। ਜ਼ਿੱਦ ਕੇ ਬਹੁਤ ਜ਼ੋਰ ਲਾਉਂਦੇ ਸੀ। ਇਸ ਤਰ੍ਹਾਂ ਖੇਡਦਿਆਂ ਸ਼ਾਮਾਂ ਪੈ ਗਈਆਂ। ਖੁੰਡੀਆਂ ਨਾਲ ਗੇਂਦ ਨੂੰ ਰੇੜਦੇ ਸਨ। ਹਨੇਰਾ ਹੋ ਗਿਆ ਤੇ ਬਹੁਤ ਥੱਕ ਗਏ। ਖੇਡਣਾ ਛੱਡਿਆ ਤੇ ਆਪਣੇ ਘਰਾਂ ਨੂੰ ਚੱਲ ਪਏ। ਫਿਰ ਬਾਬਾ ਅਟਲ ਰਾਏ ਜੀ ਨੇ ਮੋਹਨ ਨੂੰ ਕਿਹਾ, ਹੁਣ ਤਾਂ ਬਹੁਤ ਹਨੇਰਾ ਹੋ ਗਿਆ ਹੈ। ਖੇਡਣ ਤੋਂ ਸਾਰੇ ਹਟ ਗਏ ਹਨ। ਮੇਰੀ ਜਿੱਤ ਹੋਈ ਸਭ ਨੇ ਵੇਖੀ ਹੈ। ਪਿੱਛੋਂ ਤੂੰ ਮੇਰੇ ਨਾਲ ਸ਼ਰਤ ਲਾਈ ਸੀ, ਮੈਂ ਆਪਣੇ ਬਲ ਨਾਲ ਬਾਜ਼ੀ ਜਿੱਤ ਲਈ ਹੈ। ਹੁਣ ਬਾਜ਼ੀ ਤੇਰੇ ਸਿਰ ਰਹੀ ਤੇ ਹੁਣ ਘਰ ਨੂੰ ਚੱਲੇ ਹਾਂ। ਇਹ ਯਾਦ ਰੱਖੋ, ਹੁਣ ਮੈਂ ਕੱਲ੍ਹ ਨੂੰ ਆਪਣੀ ਬਾਜ਼ੀ ਲਵਾਂਗਾ। ਮੋਹਨ ਨੇ ਕਿਹਾ, ਮੈਂ ਸਵੇਰੇ ਬਾਜ਼ੀ ਦੇਵਾਂਗਾ, ਹੋਰ ਸ਼ਰਤ ਬੰਨ੍ਹ ਕੇ ਜਿੱਤ ਲਵਾਂਗਾ। ਇਸ ਤਰ੍ਹਾਂ ਕਹਿ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਜਾ ਕੇ ਸਾਰੇ ਬਾਲਕਾਂ ਨੇ ਵਿਸ਼ਰਾਮ ਕੀਤਾ। ਕੁਦਰਤੀ ਤੌਰ 'ਤੇ ਐਸਾ ਹੋਇਆ ਕਿ ਸੱਪ ਨਿਕਲ ਕੇ ਮੋਹਨ ਨੂੰ ਡੰਗ ਮਾਰ ਗਿਆ। ਬਹੁਤ ਯਤਨ ਕਰਦੇ ਰਹੇ ਪਰ ਸਵੇਰ ਹੋਣ ਤੱਕ ਬਾਲਕ ਮਰ ਗਿਆ। ਮਾਤਾ ਪਿਤਾ ਦਾ ਇੱਕੋ ਪੁੱਤਰ ਸੀ। ਉਹ ਅਨੇਕ ਪ੍ਰਕਾਰ ਦਾ ਵਿਲਾਪ ਕਰਦੇ ਰਹੇ, ਹੇ ਪੁੱਤਰ, ਸਾਨੂੰ ਛੱਡ ਕੇ ਕਿੱਥੇ ਚਲਾ ਗਿਆ ਹੈ? ਤੇਰੇ ਬਗੈਰ ਸਾਡਾ ਕੀ ਹਾਲ ਹੋਵੇਗਾ? ਅਸੀਂ ਤੇਰਾ ਸੋਹਣਾ ਮੁਖੜਾ ਵੇਖਦੇ ਹੁੰਦੇ ਸੀ। ਪਾਪ ਦਾ ਵੱਡਾ ਫਲ ਪ੍ਰਗਟ ਹੋਇਆ ਹੈ। ਉੱਚੀ ਉੱਚੀ ਰੋ ਕੇ ਵਿਰਲਾਪ ਕਰਦੇ ਸਨ। ਬਹੁਤ ਦੁਖੀ ਹੋ ਕੇ ਜ਼ੋਰ ਦੀ ਪਿੱਟਦੇ ਸਨ। ਇਹ ਸੁਣ ਕੇ ਪੜੋਸੀ ਭੱਜੇ ਆਏ। ਹਾਏ ਹਾਏ ਕਹਿ ਵਿਰਲਾਪ ਕਰਦੇ ਸਨ। ਤੁਹਾਨੂੰ ਇਹ ਵੱਡਾ ਕਸ਼ਟ ਆ ਕੇ ਪਿਆ ਹੈ। ਇੱਕੋ ਇੱਕ ਪੁੱਤਰ ਜਿਹੜਾ ਸੱਪ ਦੇ ਡਸਣ ਨਾਲ ਮਰ ਗਿਆ ਹੈ। ਇੱਕ ਪਾਸੋਂ ਸੁਣ ਕੇ ਦੂਸਰੇ ਦੇ ਨੇੜੇ ਆ ਕੇ ਸੁਣਾਉਂਦੇ ਸਨ। ਜਿਹੜਾ ਵੀ ਸੁਣਦਾ ਸੀ ਉਸ ਦਾ ਹੀ ਦੁੱਖ ਵੱਧ ਜਾਂਦਾ ਸੀ। ਧਨੀ ਸ਼ਾਹ ਦਾ ਜਿਹੜਾ ਇੱਕੋ ਇੱਕ ਪੁੱਤਰ ਸੀ, ਉਸ ਦੀ ਅਚਾਨਕ ਮੌਤ ਹੋ ਗਈ ਹੈ। ਰਾਮਦਾਸਪੁਰ ਵਿੱਚ ਇਹ ਸਾਰਾ ਬਿਰਤਾਂਤ ਜਿੱਥੇ ਕਿੱਥੇ ਸਾਰੇ ਪ੍ਰਗਟ ਹੋ ਗਿਆ। ਬਾਬਾ ਅਟਲ ਰਾਏ ਜੀ ਜਦ ਸਵੇਰੇ ਜਾ ਕੇ ਸੁਚੇਤ ਹੋਏ ਤਾਂ ਭਲੀ ਪ੍ਰਕਾਰ ਨਿੱਤ ਦੀ ਕਿਰਿਆ ਕਰਕੇ ਆਪਣੇ ਘਰ ਨੂੰ ਛੱਡ ਦਿੱਤਾ। ਖੇਡਣ ਦੇ ਸਥਾਨ 'ਤੇ ਚੱਲ ਕੇ ਆ ਗਏ। ਉਹਨਾਂ ਦੇ ਨਾਲ ਸੇਵਕ ਅਤੇ ਹੋਰ ਬਾਲ ਵੀ ਸਨ। ਸਾਰਿਆਂ ਨੂੰ ਵੇਖ ਕੇ ਮਨ ਵਿੱਚ ਆਨੰਦਿਤ ਹੋ ਕੇ ਸੰਗੀਆਂ ਨੂੰ ਨਾਲ ਲੈ ਕੇ ਇੱਧਰ ਉੱਧਰ ਫਿਰਦੇ ਸਨ। ਸ਼ਾਮ ਦੇ ਵੇਲੇ ਜਦ ਖੇਡਣਾ ਬੰਦ ਕੀਤਾ ਸੀ, ਉਸ ਬਾਰੇ ਬੜੇ ਪ੍ਰੇਮ ਨਾਲ ਯਾਦ ਕੀਤਾ। ਹੁਣ ਤੱਕ ਮੌਣ ਨਹੀਂ ਆਇਆ ਹੈ। ਮੀਟੀ ਅਸੀਂ ਉਸ ਦੇ ਸਿਰ 'ਤੇ ਚਾੜ੍ਹੀ ਹੋਈ ਹੈ। ਮੀਟੀ ਦੇਣ ਖਾਤਰ ਘਰ ਵਿੱਚ ਰੁਕ ਗਿਆ ਹੈ। ਇਸ ਤਰ੍ਹਾਂ ਸਮਝ ਕੇ ਆਪਣੇ ਸੇਵਕ ਨੂੰ ਕਿਹਾ, ਜਾ ਉਸ ਨੂੰ ਉਸ ਦੇ ਘਰ ਤੋਂ ਬੁਲਾ ਲਿਆ। ਉਸ ਦੇ ਸਿਰ ਮੀਟੀ ਹੈ, ਹੁਣ ਤੱਕ ਆਇਆ ਨਹੀਂ ਹੈ। ਇਹ ਸੁਣ ਕੇ ਸੇਵਕ ਉਸ ਦੇ ਘਰ ਗਿਆ। ਉਸਨੇ ਮਰੇ ਪਏ ਮੋਹਨ ਨੂੰ ਵੇਖਿਆ। ਸਾਰਾ ਪਰਿਵਾਰ ਦੁੱਖ ਨਾਲ ਕੁਰਲਾ ਰਿਹਾ ਸੀ ਤੇ ਹੱਥ ਉਤਾਂਹ ਚੁੱਕ ਕੇ ਸਿਰ ਨੂੰ ਮਾਰ ਰਹੇ ਸਨ। ਉਸ ਸਮੇਂ ਵੱਡਾ ਵਿਰਲਾਪ ਵੇਖ ਕੇ ਸਾਕ, ਸ਼ਰੀਕ, ਇਸਤਰੀ ਪੁਰਸ਼ ਵੱਡੀ ਗਿਣਤੀ ਵਿੱਚ ਆ ਕੇ ਮਿਲ ਰਹੇ ਸਨ। ਉਹ ਸੇਵਕ ਵਾਪਸ ਬਾਬਾ ਅਟਲ ਰਾਏ ਜੀ ਦੇ ਪਾਸ ਆ ਗਿਆ ਤੇ ਕਹਿਣ ਲੱਗਾ, ਸੱਪ ਦੇ ਡਸਣ ਨਾਲ ਮੋਹਨ ਮਰ ਗਿਆ ਹੈ। ਜਦ ਬਾਬਾ ਅਟਲ ਰਾਏ ਜੀ ਨੇ ਅਚਾਨਕ ਮੋਹਨ ਦੇ ਮਰਨ ਬਾਰੇ ਸੁਣਿਆ ਤਾਂ ਉਹ ਜ਼ਰ ਨਾ ਸਕੇ। ਸਾਰੇ ਲੜਕਿਆਂ ਨੂੰ ਆਪਣੇ ਨਾਲ ਲੈ ਕੇ ਭੱਜਦੇ ਹੋਏ ਉਸ ਬਾਣੀਏ ਦੇ ਘਰ ਗਏ। ਵੇਖਣ ਵਾਸਤੇ ਬੜੇ ਉਤਾਵਲੇ ਹੋ ਕੇ ਅੱਗੇ ਵਧੇ। ਦੂਰ ਤੋਂ ਹੀ ਉੱਚੀ ਵਿਲਕਦਿਆਂ ਨੂੰ ਸੁਣ ਲਿਆ। ਅੱਗੇ ਬਹੁਤ ਲੋਕ ਇਕੱਠੇ ਹੋਏ ਸਨ। ਸਾਰਿਆਂ ਨੇ ਵੇਖਿਆ ਕਿ ਗੁਰੂ ਜੀ ਦੇ ਸਪੁੱਤਰ ਆ ਗਏ ਹਨ। ਮੋਹਨ ਦੇ ਮਾਤਾ ਪਿਤਾ ਰੋ ਰਹੇ ਸਨ। ਉਹ ਕਹਿਣ ਲੱਗੇ, ਤੁਸੀਂ ਗੁਰੂ ਜੀ ਦੇ ਸਪੁੱਤਰ ਹੋ। ਤੁਹਾਡਾ ਉਹ ਖੇਡਣ ਦਾ ਸਾਥੀ ਹੈ, ਮਰਿਆ ਪਿਆ ਹੈ। ਕਾਲਾ ਸੱਪ ਇਸ ਨੂੰ ਡਸ ਗਿਆ ਹੈ। ਅਸੀਂ ਬਹੁਤ ਇਲਾਜ ਕਰ ਰਹੇ ਪਰ ਕੋਈ ਵੀ ਸਫਲ ਨਹੀਂ ਹੋਇਆ। ਹੁਣ ਇਸ ਦੇ ਸਰੀਰ ਨੂੰ ਸਾੜਨਾ ਚਾਹੁੰਦੇ ਹਾਂ। ਤੁਸੀਂ ਗੁਰੂ ਜੀ ਦੇ ਸਪੁੱਤਰ ਹੋ, ਜੋ ਚਾਹੋ ਕਰ ਸਕਦੇ ਹੋ।
ਬਹੁਤ ਵੱਡੀ ਕਰਾਮਾਤ ਤੁਸੀਂ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ। ਮੋਹਨ ਦੇ ਮਾਤਾ ਪਿਤਾ ਸਮੇਤ ਸਾਰੇ ਮਨੁੱਖਾਂ ਨੇ ਮਿਲ ਕੇ ਬੇਨਤੀ ਕੀਤੀ। ਫਿਰ ਬਾਬਾ ਅਟਲ ਰਾਏ ਜੀ ਨੇ ਵੇਖ ਕੇ ਕਿਹਾ, ਇਸ ਦੇ ਸਿਰ ਸਾਡੀ ਮਿੱਟੀ ਰਹਿੰਦੀ ਹੈ। ਹੱਥ ਵਿੱਚ ਫੜੀ ਹੋਈ ਖੁੰਡੀ ਨੂੰ ਉਹਨਾਂ ਨੇ ਹਿਲਾਇਆ, ਮਰੇ ਹੋਏ ਬਾਲ ਦੇ ਮੁਖ ਨੂੰ ਵੇਖਿਆ ਤੇ ਕਹਿਣ ਲੱਗੇ, ਉੱਠ ਪਿਆਰੇ, ਸਾਡੀ ਮਿੱਟੀ ਦਿਓ। ਇਹ ਹੁਣ ਸੌਣ ਦਾ ਸਮਾਂ ਨਹੀਂ, ਕਿਵੇਂ ਭਾਰੀ ਨੀਂਦ ਸੁੱਤਾ ਪਿਆ ਹੈ। ਇਹ ਕਹਿ ਕੇ ਖੁੰਡੀ ਬਾਲ ਦੇ ਗਲ ਵਿੱਚ ਪਾ ਲਈ ਤੇ ਬਾਹਾਂ ਦੇ ਬਲ ਨਾਲ ਮੋਹਨ ਨੂੰ ਉੱਪਰ ਉਠਾ ਦਿੱਤਾ। ਮੋਹਨ ਨੇ ਬੈਠ ਕੇ ਅੱਖਾਂ ਖੋਲ੍ਹੀਆਂ। ਉੱਥੇ ਮੌਜੂਦ ਸਭ ਇਸਤਰੀ ਮਨੁੱਖ ਖਿੜ ਉੱਠੇ। ਧੰਨ ਗੁਰੂ ਜੀ ਹਨ, ਧੰਨ ਗੁਰੂ ਜੀ ਦੇ ਸਪੁੱਤਰ ਹਨ, ਉਹ ਧੰਨ ਹਨ, ਉਹ ਧੰਨ ਹਨ, ਉਹ ਪ੍ਰਾਣ ਤੱਕ ਵੀ ਦੇ ਦਿੰਦੇ ਹਨ। ਸਾਰੇ ਬਹੁਤ ਪ੍ਰਸੰਨ ਹੋਏ। ਜਿੱਥੇ ਕੁਝ ਸਮਾਂ ਪਹਿਲਾਂ ਰੋਣ ਧੋਣ ਨਾਲ ਸ਼ੋਰ ਮਚਿਆ ਹੋਇਆ ਸੀ, ਉਸ ਥਾਂ ਹੁਣ ਹਾਸਿਆਂ ਖੁਸ਼ੀਆਂ ਦਾ ਸ਼ੋਰ ਮਚ ਗਿਆ। ਜਿੱਥੇ ਕਿੱਥੇ ਬਾਬਾ ਅਟਲ ਰਾਏ ਜੀ ਦੀ ਕੀਰਤੀ ਸਾਰੇ ਨਗਰ ਵਿੱਚ ਫੈਲ ਗਈ। ਧਨੀ ਪੁੱਤਰ ਨੂੰ ਮਰੇ ਹੋਏ ਨੂੰ ਜਿਵਾਇਆ ਹੈ, ਆਪਣੇ ਹੱਥ ਵਾਲੀ ਖੁੰਡੀ ਨੂੰ ਛੁਹਾ ਕੇ ਉਠਾ ਦਿੱਤਾ ਹੈ। ਸਾਰੀਆਂ ਮਾਤਾਵਾਂ ਨੂੰ ਖਬਰ ਮਿਲ ਗਈ। ਜਿੱਥੇ ਕਿੱਥੇ ਸਾਰੇ ਬੜੇ ਪ੍ਰਸੰਨ ਹੋ ਕੇ ਇਹ ਖਬਰ ਸੁਣਾ ਰਹੇ ਸਨ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਜੀ ਅਕਾਲ ਤਖਤ 'ਤੇ ਬਿਰਾਜਮਾਨ ਸਨ। ਉਹ ਬਹੁਤ ਸਿੱਖਾਂ ਸਹਿਤ ਬੈਠੇ ਹੋਏ ਸਨ। ਪ੍ਰਸੰਨ ਹਿਰਦੇ ਨਾਲ ਬਚਨ ਬਿਲਾਸ ਕਰ ਰਹੇ ਸਨ। ਜਿਹੜੇ ਪਾਸ ਬੈਠੇ ਸਨ ਉਹਨਾਂ ਨੂੰ ਖੇੜਾ ਬਖਸ਼ ਰਹੇ ਸਨ। ਉਸ ਸਮੇਂ ਇੱਕ ਸਿੱਖ ਨੇ ਆ ਕੇ ਸੁਣਾਇਆ, ਬਾਬਾ ਅਟਲ ਰਾਏ ਜੀ ਨੇ ਬੜੀ ਕੀਰਤੀ ਪਾਈ ਹੈ। ਗੁਰਮੁਖ ਖੱਤਰੀ ਦਾ ਇੱਕੋ ਇੱਕ ਪੁੱਤਰ ਹੈ। ਉਸ ਨਾਲ ਬਹੁਤ ਬਾਲਕ ਮਿਲ ਕੇ ਖੇਡਦੇ ਹਨ। ਰਾਤ ਸਮੇਂ ਉਸ ਨੂੰ ਇੱਕ ਕਾਲਾ ਸੱਪ ਡਸ ਗਿਆ। ਸੱਪ ਦੇ ਲੜਦਿਆਂ ਸਾਰ ਉਹ ਮਰ ਗਿਆ ਤੇ ਕੋਈ ਵੀ ਇਲਾਜ ਉਪਚਾਰ ਨਹੀਂ ਚੱਲਿਆ ਹੈ। ਸ਼੍ਰੀ ਅਟਲ ਰਾਏ ਜੀ ਉਸ ਦੇ ਘਰ ਗਏ। ਜਦ ਆਪਣੇ ਸਾਥੀ ਨੂੰ ਮਰਿਆ ਪਿਆ ਵੇਖਿਆ, ਹੱਥ ਦੀ ਖੁੰਡੀ ਨਾਲ ਛੁਹਾ ਕੇ ਉਸ ਨੂੰ ਉਠਾ ਦਿੱਤਾ ਤੇ ਕਿਹਾ, ਸਾਡੇ ਨਾਲ ਖੇਡੋ। ਇਹ ਕਹਿ ਕੇ ਜੀਵਿਤ ਕਰ ਦਿੱਤਾ। ਸ਼੍ਰੀ ਸਤਿਗੁਰੂ ਜੀ ਇਹ ਸੁਣ ਕੇ ਬਹੁਤ ਹੈਰਾਨ ਹੋਏ। ਕਾਫੀ ਦੇਰ ਤੱਕ ਉਹ ਕੁਝ ਨਾ ਬੋਲੇ। ਫਿਰ ਦਿਲ ਵਿੱਚ ਬਹੁਤ ਗੁੱਸੇ ਵਿੱਚ ਆ ਗਏ ਅਤੇ ਕਿਹਾ, ਇਹ ਮੇਰੇ ਪਾਸ ਹੀ ਕੀ ਕਰ ਦਿੱਤਾ ਹੈ। ਦੁਸ਼ਟਾਂ ਦੇ ਰਾਜ ਦਾ ਹੁਣ ਵੱਡਾ ਤੇਜ ਹੈ। ਬਾਦਸ਼ਾਹ ਜਾਂ ਬਾਦਸ਼ਾਹ ਦਾ ਪੁੱਤਰ ਮਰ ਸਕਦਾ ਹੈ। ਉਹ ਸਾਡੇ ਗਲ ਵਿੱਚ ਆ ਪੈਣਗੇ, ਦੀਨਤਾ ਵਿਖਾਉਣਗੇ ਜਾਂ ਸ਼ਕਤੀ ਵਿਖਾਉਣਗੇ। ਸਾਡੇ ਪਾਸੋਂ ਮੁਰਦੇ ਨੂੰ ਜਿਵਾਉਣਾ ਚਾਹੁਣਗੇ। ਇਹ ਤਾਂ ਪ੍ਰਭੂ ਜੀ ਦੇ ਨਾਲ ਸ਼ਰੀਕਾ ਹੋ ਜਾਏਗਾ। ਪ੍ਰਭੂ ਕਰਮਾਂ ਦਾ ਫਲ ਦਿੰਦਾ ਹੈ। ਅਸੀਂ ਜੀਵਿਤ ਕਰਕੇ ਉਸ ਦੇ ਫਲ ਨੂੰ ਮੇਟ ਦਿਆਂਗੇ। ਇਹ ਗੱਲ ਚੰਗੀ ਨਹੀਂ ਹੈ। ਜਿਹੜਾ ਇੱਕ ਵਾਰ ਮਰ ਜਾਵੇ ਉਹ ਫਿਰ ਜੀਵਨ ਪ੍ਰਾਪਤ ਕਰ ਲਵੇ। ਅਸੀਂ ਤਾਂ ਇਹ ਕਿਸੇ ਤਰ੍ਹਾਂ ਵੀ ਨਹੀਂ ਕਰਾਂਗੇ। ਇਸ ਵਿਧੀ ਅਨੁਸਾਰ ਪ੍ਰਾਣ ਦੇਣੇ ਬਣਨਗੇ। ਗੁਰੂ ਜੀ ਇਤਿਆਦ ਬਹੁਤ ਕੁਝ ਵਿਚਾਰ ਕਰ ਰਹੇ ਸਨ। ਆਪਣੇ ਸਪੁੱਤਰ ਬਾਬਾ ਅਟਲ ਰਾਏ ਜੀ ਉੱਤੇ ਬਹੁਤ ਕ੍ਰੋਧ ਧਾਰਨ ਕਰ ਰਹੇ ਸਨ। ਉਹਨਾਂ ਨੇ ਚੁੱਪ ਧਾਰਨ ਕਰ ਲਈ ਤੇ ਕੁਝ ਵੀ ਬੋਲਦੇ ਨਹੀਂ ਸਨ। ਕਿਸੇ ਪਾਸੇ ਵੀ ਆਪਣੇ ਨੈਣ ਨਹੀਂ ਸਨ ਕਰਦੇ। ਹਿਰਦੇ ਵਿੱਚ ਬੜਾ ਰੋਸ ਧਾਰ ਕੇ ਬੈਠੇ ਰਹੇ। ਆਪਣੇ ਮਨ ਵਿੱਚ ਗਿਣਤੀਆਂ ਕਰਦੇ ਸਨ, ਇਹ ਭਲਾਈ ਦਾ ਕੰਮ ਨਹੀਂ ਹੈ। ਹੁਣ ਮੋਹ ਰਹਿਤ ਹੋ ਕੇ ਜੇ ਨਹੀਂ ਹਟਾਵਾਂਗੇ ਫਿਰ ਇਹ ਹਟੇਗਾ ਨਹੀਂ, ਫਿਰ ਹੋਰਾਂ ਨੂੰ ਜਿੰਦਾ ਕਰ ਦੇਵੇਗਾ। ਦੋਹਾਂ ਲੋਕਾਂ ਵਿੱਚ ਕਲੇਸ਼ ਵਧੇਗਾ ਤੇ ਇਸ ਵਿੱਚ ਥੋੜ੍ਹੀ ਜਿਹੀ ਵੀ ਵਡਿਆਈ ਨਹੀਂ ਹੈ। ਰੋਸ ਧਾਰ ਕੇ 4 ਘੰਟੇ ਬੈਠੇ ਰਹੇ। ਗੁਰੂ ਜੀ ਦਾ ਰੁਖ ਸਮਝ ਕੇ ਕਿਸੇ ਨੇ ਵੀ ਕੁਝ ਨਾ ਕਿਹਾ। ਫਿਰ ਬਾਬਾ ਅਟਲ ਰਾਏ ਜੀ ਖੇਡ ਕੇ ਆ ਗਏ। ਸਰੀਰ 'ਤੇ ਸੋਨੇ ਦੇ ਗਹਿਣੇ ਪਾਏ ਹੋਏ ਸਨ। ਹੱਥ ਵਿੱਚ ਖੁੰਡੀ ਫੜੀ ਹੋਈ ਸੀ ਤੇ ਬਹੁਤ ਧੂੜ ਉੱਡ ਕੇ ਸਰੀਰ 'ਤੇ ਪਈ ਹੋਈ ਸੀ। ਇਸ ਤਰ੍ਹਾਂ ਜਦ ਸਾਹਮਣੇ ਆਪਣੇ ਸਪੁੱਤਰ ਨੂੰ ਵੇਖਿਆ ਤੇ ਪਿਆਰ ਰਹਿਤ ਗੁੱਸਾ ਦਿਲ ਵਿੱਚ ਭਰ ਗਿਆ। ਨਮਸਕਾਰ ਕਰਦਿਆਂ ਨੂੰ ਬਚਨ ਕੀਤਾ, ਤੁਸੀਂ ਆਪਣੀ ਕਰਾਮਾਤ ਜੱਗ ਵਿੱਚ ਪ੍ਰਗਟ ਕੀਤੀ ਹੈ। ਆਪਣੇ ਅੰਦਰਲੀ ਸ਼ਕਤੀ ਨੂੰ ਜਰ ਨਹੀਂ ਸਕਦੇ ਹੋ। ਸਦਾ ਇਸ ਨੂੰ ਵਿਖਾਉਂਦੇ ਰਹਿੰਦੇ ਹੋ। ਕਰਾਮਾਤ ਕਹਿਰ ਦਾ ਨਾਮ ਹੈ। ਉਹ ਤੁਸੀਂ ਕਰਦੇ ਹੋ ਤੇ ਸਮਝਦੇ ਨਹੀਂ ਹੋ। ਇਸ ਤਰ੍ਹਾਂ ਕਰਨ ਦਾ ਫਲ ਹੁਣ ਇਹੋ ਹੈ, ਜਾਂ ਤੁਸੀਂ ਰਹੋ ਜਾਂ ਅਸੀਂ ਜੱਗ ਵਿੱਚ ਨਹੀਂ ਰਵਾਂਗੇ। ਜੇ ਅਸੀਂ ਰਹੀਏ ਤਾਂ ਤੁਸੀਂ ਨਾ ਰਹੋ। ਇਹੋ ਬਚਨ ਹੁਣ ਸੱਚੇ ਸਮਝੋ।
ਸ਼੍ਰੀ ਅਟਲ ਰਾਏ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਹਿਰਦੇ ਵਿੱਚ ਮੰਨ ਲਏ ਤੇ ਜੋ ਗੁਰੂ ਜੀ ਚਾਹੁੰਦੇ ਸਨ ਉਸ ਨੂੰ ਸੱਚ ਕਰ ਦਿੱਤਾ। ਹੱਥ ਜੋੜ ਕੇ ਜਿਵੇਂ ਸਾਹਮਣੇ ਖੜੇ ਸੀ, ਸਿਰ ਨਿਵਾ ਕੇ ਉੱਥੇ ਬੰਦਨਾ ਕੀਤੀ। ਪਿਛਾਂਹ ਹਟਦਿਆਂ ਪਿੱਠ ਨਹੀਂ ਵਿਖਾਈ। ਪਿਛਲੇ ਪੈਰੀ ਪਿੱਛੇ ਹੋ ਗਏ, ਆਪਣੇ ਘਰ ਨੂੰ ਨਹੀਂ ਗਏ। ਚਤੁਰ ਸ਼੍ਰੀ ਅਟਲ ਰਾਏ ਜੀ ਨੇ ਨਾ ਕੁਝ ਸੁਣਿਆ ਤੇ ਨਾ ਕੁਝ ਕਿਹਾ। ਮੌਨ ਧਾਰ ਕੇ ਤੁਰੰਤ ਮਾਤਾ ਕੌਲਾਂ ਜੀ ਦੇ ਸਰੋਵਰ 'ਤੇ ਪਹੁੰਚ ਗਏ। ਉੱਥੇ ਇਸ਼ਨਾਨ ਕਰਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਦੱਬ ਵਿਛਾ ਕੇ ਆਸਣ ਲਾ ਲਿਆ। ਹੱਥ ਵਿੱਚ ਫੜੀ ਖੁੰਡੀ ਨੂੰ ਥੱਲੇ ਧਰ ਕੇ ਸਰੀਰ ਨੂੰ ਇੱਕ ਕੱਪੜੇ ਨਾਲ ਢੱਕ ਲਿਆ। ਤੁਰੰਤ ਸਰੀਰ ਨੂੰ ਛੱਡ ਕੇ ਚਲੇ ਗਏ, ਜਿਵੇਂ ਉਦਾਰਚਿਤ ਮਨੁੱਖ ਹੱਥ ਵਿੱਚੋਂ ਤੀਲਾ ਸੁੱਟ ਦਿੰਦਾ ਹੈ। ਆਸਾਨੀ ਨਾਲ ਸਰੀਰ ਛੱਡ ਕੇ ਸੱਚਖੰਡ ਚਲੇ ਗਏ, ਜਿੱਥੇ ਕਾਮ, ਕ੍ਰੋਧ ਅਤੇ ਅਹੰਕਾਰ ਨਹੀਂ ਹੈ। ਉੱਤਮ ਪਦਵੀ ਵਿੱਚ ਜਾ ਸਮਾਏ, ਜਿਸ ਪਦਵੀ ਦੀ ਪ੍ਰਾਪਤੀ ਵਾਸਤੇ ਜੋਗੀ ਲੋਕ ਨਿਤ ਆਰਾਧਨਾ ਕਰਦੇ ਹਨ। ਜਦ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁਰੂ ਜੀ ਉਸ ਸਥਾਨ 'ਤੇ ਚੱਲ ਕੇ ਆਏ ਅਤੇ ਚੰਦਨ ਦੀ ਬਹੁਤ ਲੱਕੜੀ ਮੰਗਵਾਈ ਤੇ ਸ਼੍ਰੀ ਅਟਲ ਰਾਏ ਜੀ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ। ਜਿਨ੍ਹਾਂ ਦੇ ਬਚਨਾਂ ਨਾਲ ਸ਼੍ਰੀ ਅਟਲ ਰਾਏ ਜੀ ਨੇ ਸਰੀਰ ਤਿਆਗਿਆ ਸੀ, ਉਹ ਹੀ ਆਪਣੇ ਸਪੁੱਤਰ ਨੂੰ ਬਹੁਤ ਪਿਆਰ ਕਰਕੇ ਵਰ ਦੇ ਰਹੇ ਸਨ। ਰਾਮਦਾਸਪੁਰ ਬਹੁਤ ਵੱਡਾ ਸ਼ਹਿਰ ਵਸੇਗਾ। ਸਾਰੇ ਨਗਰ ਨਿਵਾਸੀ ਤੇਰਾ ਬਹੁਤ ਮਾਣ ਕਰਨਗੇ। ਇੱਕ ਹਰਮੰਦਰ ਸਾਹਿਬ ਦੀ ਪੂਜਾ ਹੋਵੇਗੀ, ਫਿਰ ਦੂਸਰੇ ਨੰਬਰ 'ਤੇ ਤੇਰੇ ਥਾਂ ਦੀ ਪੂਜਾ ਕਰਨਗੇ। ਸਭ ਇਸਤਰੀ ਪੁਰਸ਼ ਤੈਨੂੰ ਮੰਨਣਗੇ। ਤੇਰੇ ਦਰਸ਼ਨਾਂ ਨਾਲ ਹੀ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਹੌਲੀ ਹੌਲੀ ਤੇਰਾ ਗੁਰਦੁਆਰਾ ਸੋਨੇ ਦਾ ਬਣ ਜਾਵੇਗਾ। ਉਹ ਸਭ ਤੋਂ ਉੱਚਾ ਬਣੇਗਾ। ਜਿਉਂਦਿਆਂ ਇੰਨਾ ਪ੍ਰਗਟ ਨਹੀਂ ਸੀ ਹੋਣਾ ਜਿੰਨਾ ਜਗਤ ਵਿੱਚ ਤੂੰ ਹੁਣ ਮਸ਼ਹੂਰ ਹੋਵੇਂਗਾ। ਤੂੰ ਇਸ ਨਗਰ ਦਾ ਵੱਡਾ ਸੂਬੇਦਾਰ ਬਣ ਗਿਆ ਹੈ। ਤੇਰੇ ਬਰਾਬਰ ਕਿਸੇ ਦਾ ਪ੍ਰਤਾਪ ਨਹੀਂ ਹੋਵੇਗਾ। ਬਾਬਾ ਬਿਧੀ ਚੰਦ ਜੀ ਗੁਰੂ ਜੀ ਦੇ ਪਾਸ ਹੀ ਖੜੇ ਸਨ। ਉਹਨਾਂ ਨੇ ਕਿਹਾ, ਇਹ ਥਾਂ ਇਕੱਲਾ ਦਿਖਾਈ ਦਿੰਦਾ ਹੈ, ਇਸ ਦੇ ਨੇੜੇ ਕੋਈ ਹੋਰ ਸਥਾਨ ਨਹੀਂ ਹੈ। ਇਹ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ, ਇਹ ਸਥਾਨ ਦੁਰਲੱਭ ਹੋ ਜਾਏਗਾ ਤੇ ਕੋਈ ਹੀ ਪਾ ਸਕੇਗਾ। ਇਤਿਆਦ ਬਹੁਤ ਵਾਰ ਕਹਿ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਦ੍ਰਿੜ ਕਰਵਾਏ। ਅੱਸੂ ਵਦੀ 10ਵੀਂ ਸੰਮਤ 1685 ਨੂੰ ਸ਼੍ਰੀ ਅਟਲ ਰਾਏ ਜੀ ਆਪਣੇ ਨਿੱਜੀ ਘਰ ਚਲੇ ਗਏ। ਹੁਣ ਤੱਕ ਉਸ ਸਥਾਨ ਦੀ ਮਹਾਨ ਮਹਿਮਾ ਹੈ। ਜਿਹੜਾ ਵੀ ਇਸ ਕਥਾ ਨੂੰ ਮਨ ਲਾ ਕੇ ਸੁਣਦਾ ਹੈ, ਉਸ ਦਾ ਜਨਮ ਮਰਨ ਅਤੇ ਸਾਰੇ ਸੰਕਟ ਮਿਟ ਜਾਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।